ਫਰੀਦਕੋਟ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਫਿਰ ਤੋਂ ਖਾਲਿਸਤਾਨ ਦੇ ਨਾਰੇ ਲੱਗੇ ਨੇ। ਜੱਜ ਦੀ ਰਿਹਾਇਸ਼ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗੇ ਨੇ ਔਰ ਕੰਧ ਤੇ ਨਾਰੇ ਜਿਹੜੇ ਨੇ ਉਹ ਲਿਖੇ ਵੇਖੇ ਗਏ ਨੇ। ਦੱਸੀ ਕਿ ਪੁਲਿਸ ਨੇ ਕੰਧ ਤੇ ਲਿਖੇ ਨਾਰੇ ਤੇ ਪੇਂਟ ਕਰ ਦਿੱਤਾ। ਪਰ ਵੱਡੀ ਖਬਰ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਇਸ ਤਰ੍ਹਾਂ ਦੇ ਨਾਲ ਖਾਲਿਸਤਾਨ ਦੇ ਪੋਸਟਰ ਔਰ ਨਾਰੇ ਲੱਗੇ ਦਿਖਦੇ ਨੇ। ਸੋ ਜੱਜ ਦੀ ਰਿਹਾਇਸ਼ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗੇ ਨੇ, ਲਿਖੇ ਗਏ ਨੇ। ਪੁਲਿਸ ਨੇ ਕੰਧ ਤੇ ਲਿਖੇ ਹੋਏ ਜਿਹੜੇ ਨਾਰੇ ਨੇ ਉਹਨਾਂ ਨੂੰ ਪੇਂਟ ਕਰ ਦਿੱਤਾ, ਯਾਨੀ ਕਿ ਆਪਣੇ ਤੌਰ ਤੇ ਪ੍ਰਸ਼ਾਸਨ ਨੇ ਕਾਰਵਾਈ ਕਰ ਦਿੱਤੀ ਹੈ। ਪਰ ਇੱਕ ਤੋਂ ਬਾਅਦ ਇੱਕ ਅਜਿਹੀਆਂ ਖਬਰਾਂ ਨਾਰੇ ਲਿਖਣ ਦੀਆਂ ਪੋਸਟਰ ਸਾਹਮਣੇ ਆਉਂਦੀਆਂ ਨੇ। ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਫਰੀਦਕੋਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਜੱਜ ਦੀ ਰਿਹਾਇਸ਼ ਦੇ ਬਾਹਰ ਇਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲਿਖੇ ਨਜ਼ਰ ਆਏ ਨੇ। ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਪਹੁੰਚ ਕੇ ਇੱਥੇ ਕਾਰਵਾਈ ਜਿਹੜੀ ਹੈ ਜ਼ਰੂਰ ਕਰ ਦਿੱਤੀ ਗਈ ਹੈ। ਕਾਲਾ ਪੇਂਟ ਕਰ ਦਿੱਤਾ ਗਿਆ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਤੇ। ਪਰ ਸਿੱਧੇ ਤੌਰ ਤੇ ਇੱਕ ਤੋਂ ਬਾਅਦ ਇੱਕ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਮੋਗਾ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਹਦੇ ਨਾਰੇ ਲਿਖੇ ਹੋਏ ਮਿਲਦੇ ਨੇ। ਤਾਂ ਹੁਣ ਫਰੀਦਕੋਟ ਦੇ ਵਿੱਚ ਦੱਸਦੀ ਕਿ ਇੱਕ ਮਹੀਨੇ 'ਚ ਦੂਜੀ ਘਟਨਾ ਹੈ। ਇੱਕ ਮਹੀਨੇ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਲਿਖੇ ਹੋਏ ਨਾਰਿਆਂ ਦੀ। ਤਾਂ ਹੁਣ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਜੱਜ ਦੀ ਰਿਹਾਇਸ਼ ਦੇ ਬਾਹਰ ਇਹ ਨਜ਼ਰ ਆਏ ਨੇ। तो लगातार जेकर गल की जाए तो इस तरह दी खबर और इस तरह दी तस्वीर सामने आउंदियां ने। पिछले कुछ दिनों तो पंजाब विच शरारती अंसरां ਵੱਲੋਂ माहौल ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ लगातार रचियां जा रही ने। तो एक ਅਸੀਂ ਨਵੀਂ ਜਿਹੜੀ ਅੱਜ ਘਟਨਾ ਜਿਹੜੀ ਫਰੀਦਕੋਟ 'ਚ ਵਾਪਰੀ ਹੈ ਕਿ ਸੈਸ਼ਨ ਜੱਜ ਦੀ ਕੋਠੀ ਉਸਦੇ ਦੀਵਾਰ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਇੱਕ ਵਾਰ ਫਿਰ ਲਿਖੇ ਗਏ ਨੇ। ਹਾਲਾਂਕਿ ਆਨਨ ਫਾਨਨ ਵਿੱਚ ਪੁਲਿਸ ਵੱਲੋਂ ਇਸ ਨੂੰ ਮਿਟਾ ਦਿੱਤਾ ਗਿਆ ਹੈ, ਪਰ ਦੱਸਦੀ ਹੈ ਕਿ ਇੱਕ ਮਹੀਨੇ ਵਿੱਚ ਦੂਸਰੀ ਘਟਨਾ ਹੈ ਕਿਉਂਕਿ ਇਸ ਤੋਂ ਪਹਿਲਾਂ ਇੱਕ ਪਬਲਿਕ ਪਾਰਕ ਦੇ ਬਾਹਰ ਜਿਹੜਾ ਲਿਖਿਆ ਗਿਆ ਸੀ ਖਾਲਿਸਤਾਨ ਜਿੰਦਾਬਾਦ ਉਸ ਨੂੰ ਵੀ ਜਿਹੜਾ ਪੁਲਿਸ ਨੇ ਮਿਟਾ ਦਿੱਤਾ ਗਿਆ ਸੀ। ਅੱਜ ਫਿਰ ਇੱਕ ਨਵੀਂ ਘਟਨਾ ਵਾਪਰੀ ਹੈ ਕਿ ਸੈਸ਼ਨ ਜੱਜ ਦੀ ਕੋਠੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਥੋੜੀ ਦੂਰ ਜਿਹੜਾ ਸੈਸ਼ਨ ਜੱਜ ਸਾਹਿਬ ਦੀ ਕੋਠੀ ਦਾ ਜਿਹੜਾ ਗੇਟ ਹੈ ਉਸ ਤੋਂ ਬਾਅਦ ਜਿਹੜੀਆਂ ਤਾਂ ਸਾਰੀ ਉਸ ਦੀ ਬਾਹਰਲੀ ਦੀਵਾਰ ਔਰ ਬਾਹਰਲੀ ਦੀਵਾਰ ਦੇ ਨਾਲ ਆ ਕੇ ਅਸੀਂ ਕੁਝ 20 ਜਾਂ 25 ਗਜ ਦੇ ਦੂਰ ਜਾ ਕੇ ਜਿਹੜਾ ਇਸ ਦੀਵਾਰ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਜਾਂਦੇ ਨੇ। ਹਾਲਾਂਕਿ ਪੁਲਿਸ ਵੱਲੋਂ ਜਿਹੜਾ ਜਦੋਂ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਤੁਰੰਤ ਉਸ ਵੱਲੋਂ ਕਾਲੇ ਰੰਗ ਨਾਲ ਇਸ ਨੂੰ ਮਿਟਾ ਦਿੱਤਾ ਜਾਂਦਾ। ਪਰ ਲਗਾਤਾਰ ਅਸੀਂ ਗੱਲ ਕਰੀਏ ਤਾਂ ਮਾਹੌਲ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਔਰ ਦੂਸਰੀ ਘਟਨਾ ਇੱਕ ਮਹੀਨੇ ਦੇ ਵਿੱਚ ਫਰੀਦਕੋਟ ਵਿੱਚ ਵਾਪਰੀ ਹੈ ਕਿ ਇਸ ਜਗ੍ਹਾ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ। ਦੱਸਦੀ ਹੈ ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਵਿਦੇਸ਼ ਵਿੱਚ ਬੈਠੇ ਲਗਾਤਾਰ ਸ਼ਹਿ ਦੇ ਰਹੇ ਨੇ ਕਿ ਲਗਾਤਾਰ ਕਿ ਲੋਕਾਂ ਨੂੰ ਕਿ ਜਗ੍ਹਾ ਤੇ ਜਿਹੜੇ ਝੰਡੇ ਲਹਿਰਾਏ ਜਾਣ ਜਾਂ ਨਾਰੇ ਲਿਖੇ ਜਾਣ, ਤਾਂ ਉਸ ਦੇ ਚੱਲਦੇ ਹੀ ਮੰਨਿਆ ਜਾ ਸਕਦਾ ਕਿ ਉਸੇ ਕੜੀ ਦਾ ਹਿੱਸਾ ਹੀ ਹੈ ਕਿ ਇਸ ਜਗ੍ਹਾ ਤੇ ਇੱਕ ਵਾਰ ਫਿਰ ਜਿਹੜਾ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਵਿੱਚ ਕਿਸ ਤਰ੍ਹਾਂ ਦੀ ਜਾਂਚ ਕਰਦੀ ਹੈ ਕਿਉਂਕਿ ਇੱਕ ਮਹੀਨਾ ਜਿਹੜੀ ਪਹਿਲਾਂ ਲਿਖੇ ਗਏ ਸੀ ਉਸ ਮਾਮਲੇ ਵਿੱਚ ਵੀ ਹਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ। ਹਲੇ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਉਹ ਕਿੰਨਾ ਸ਼ਖਸ ਵੱਲੋਂ ਕਿਹੜੇ ਸ਼ਰਾਰਤੀ ਅੰਸਰਾਂ ਵੱਲੋਂ ਲਿਖਿਆ ਗਿਆ ਸੀ। ਤਾਂ ਹੁਣ ਇੱਕ ਵਾਰ ਫਿਰ ਜਿਹੜਾ ਫਰੀਦਕੋਟ ਵਿੱਚ ਇਸ ਦੀ ਘਟਨਾ ਵਾਪਰੀ ਹੈ ਤਾਂ ਕਿਤੇ ਨਾ ਕਿਤੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਜ਼ਰੂਰ ਹੋ ਰਹੀਆਂ ਨੇ ਪੰਜਾਬ ਵਿੱਚ, ਪਰ ਪੁਲਿਸ ਅਲਰਟ ਜ਼ਰੂਰ ਜਾਪਦੀ ਹੈ। ਪਰ ਇੱਕ ਮਹੀਨੇ ਬਾਅਦ ਵੀ ਜੇ ਉਸ ਘਟਨਾ ਦਾ ਨਹੀਂ ਪਤਾ ਚੱਲਦਾ ਤਾਂ ਇਸ ਘਟਨਾ ਦਾ ਹੁਣ ਕਿਵੇਂ ਪਤਾ ਲੱਗੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18। बिल्कुल तस्वीरें सामने आ चुकी ने। फोन लाइन से भी ने साडे नाल नरेश सेठी। नरेश की कुछ जानकारी है कि कुछ अपडेट है कि पता लग सकिया है? और जिवें तुसीं जिक्र कर रहे सी कि एक महीना हो चुका है वो घटना नूं, जेकर उसका पता नहीं लग्या तो दूसरी घटना फिर वापरदी है। बिल्कुल गुरजोत, दूसरा मामला एक महीने के अंदर जो फरीदकोट दी दीवार के उत्ते खालिस्तान जिंदाबाद के नारे लिखे जाते हैं। इस थोड़ी होर असीं अपडेट देने की कोशिश करते हैं कि थोड़ी देर पहला ही गुरपतवंत सिंह पन्नू वालों सोशल मीडिया से पोस्ट पा के इसकी जिम्मेवारी भी ली है कि फरीदकोट विच जिहड़ा सी झंडा भी लहराया है। हालांकि असीं इस गल की पुष्टि नहीं करते कि झंडे, क्योंकि पुलिस अजे इस बारे कोई खुलासा नहीं कर रही। पर गुरपतवंत सिंह पन्नू वालों ये भी कहा जा रहा कि उत्थे असीं झंडा भी लहराया और उस तो बाद जिहड़े खालिस्तान जिंदाबाद के नारे भी लिखे गए ने। तां लगातार अजिहियां घटनावां होंदियां ने पर पुलिस के हत्थ खाली ने क्योंकि एक महीना पहला जिहड़ी घटना वापरी सी उसनूं लैके पुलिस ने संजीदगी नहीं दिखाई। उस मामले विच तह तक जाने की कोशिश नहीं की, सिर्फ मामला दर्ज करने तक ही जिहड़ा सीमित रहा सी। तां हुण इस मामले विच भी जिहड़ी FIR लॉन्च करने की गल की जा रही है। पर की किहड़े शरारती अंसर ने या किहड़े तत्व ने जिहड़े माहौल नूं खराब करना चाहते हैं, इस बारे पुलिस हजे कोई पता नहीं लगा सकी। जी गुरजोत जी बिल्कुल, बहुत बहुत शुक्रिया नरेश, तमाम जानकारी के लिए धन्यवाद है। सो सीधे तौर पर एक तो बाद एक घटनावां जिहड़ियां ने वो सामने आईयां ने और हुण ये जिहड़ी जिम्मेवारी है उसकी भी लै ली गई है। अगे वधदे गल करांगे हरियाणा राज सभा दी जिस दी चोणां दे विच कांग्रेस नूं झटका लग्या। दसदी कि क्रॉस वोटिंग के कारण अजय माकन हारे ने और बीजेपी के कृष्ण लाल पंवार ते आजाद उम्मीदवार
कार्तिकेय शर्मा ਨੂੰ ਜਿਹੜੀ ਜਿੱਤ ਹੈ ਹਾਸਲ ਹੋਈ ਹੈ। ਬੀਜੇਪੀ ਦੇ ਕ੍ਰਿਸ਼ਨ ਲਾਲ ਪੰਵਾਰ ਵੀ ਜਿੱਤੇ ਨੇ ਔਰ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਆਜ਼ਾਦ ਉਮੀਦਵਾਰ कार्तिकेय शर्मा ਦੀ ਵੀ ਜਿੱਤ ਹੋਈ ਹੈ। ਪਰ ਕਾਂਗਰਸ ਨੂੰ ਇੱਥੇ ਝਟਕਾ ਲੱਗਦਾ ਨਜ਼ਰ ਆ ਰਿਹਾ। ਕ੍ਰਾਸ ਵੋਟਿੰਗ ਦੇ ਕਰਕੇ ਇਹ ਝਟਕਾ ਲੱਗਾ। ਦੱਸ ਦਈਏ ਕਿ ਚੋਣਾਂ ਹੋਈਆਂ ਬੀਤੇ ਦਿਨ ਜਿਸ ਤੋਂ ਬਾਅਦ ਖਾਸ ਤੌਰ ਤੇ ਇਹ ਝਟਕਾ ਜਿਹੜਾ ਕਾਂਗਰਸ ਨੂੰ ਲੱਗਿਆ। ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ ਕਾਂਗਰਸ ਦਾ ਇੱਕ ਵੋਟ ਰੱਦ ਹੋਇਆ। ਇਹ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਂਗਰਸੀ ਵਿਧਾਇਕ ਦਾ ਇਹ ਵੋਟ ਰੱਦ ਹੋਇਆ, ਪਰ ਮੰਨਿਆ ਜਾ ਰਿਹਾ ਹੈ ਕਿ ਕੁਲਦੀਪ ਬਿਸ਼ਨੋਈ ਨੇ ਮਾਕਨ ਨੂੰ ਵੋਟ ਦੇਣ ਦੀ ਥਾਂ ਤੇ ਸੀਐਮ ਮਨੋਹਰ ਲਾਲ ਨੇ ਦੋਵੇਂ ਰਾਜ ਸਭਾ ਮੈਂਬਰਾਂ ਨੂੰ ਜਿੱਤ ਦੀ ਜਿਹੜੀ ਆ ਉਹ ਵਧਾਈ ਦਿੱਤੀ ਹੈ। ਔਰ ਗੱਲ ਕਰੀਏ ਤਾਂ ਰਾਜਸਥਾਨ ਦੀ 4 ਰਾਜ ਸਭਾ ਸੀਟਾਂ ਦੀ ਤਾਂ ਫਿਰ ਇੱਥੇ 3 ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ, 1 ਭਾਜਪਾ ਦੇ ਖਾਤੇ ਦੇ ਵਿੱਚ ਚਲੀ ਗਈ है। मौके पे माननीय मुख्यमंत्री जी का और अपने सारी टीम का, अपने पिताजी का, मेरे पूरे परिवार का और मेरे साथियों का, सारे एमएलएस का जिन्होंने मुझे वोट दी, जिन्होंने मेरी बात सुनी और मुझ में अपना विश्वास जताया। और मैं तो अभी 10 दिन पहले राजनीति में आया हूँ और मैंने अपनी बात लोगों के सामने रखी और उसको रखने का भी मुझे मौका ठीक से नहीं मिला, क्योंकि उनमें से काफ़ी लोग तो बाहर थे। लेकिन जिन्होंने वोट दी और जिन्होंने वोट नहीं दी, मैं दोनों का धन्यवाद करना चाहता हूँ, क्योंकि ये मेरी एक शुरुआत है राजनीति में। और राजनीति से ज़्यादा मेरी लोगों की सेवा करने में मैं हरियाणा के लिए, हरियाणा के लोगों के लिए, प्रदेश के लिए, युवाओं के लिए अपने अनुभव से और अपने बड़े बुजुर्गों भाइयों के आशीर्वाद से काम करना चाहता हूँ, अच्छा काम करना चाहता हूँ। जो केंद्र नेतृत्व है, जो देश के प्रधानमंत्री नरेंद्र मोदी जी के नेतृत्व में पूरा देश चल रहा है, तो देश का हर नागरिक चाहता है कि हमारा देश सुरक्षा की दृष्टि से, विकास की दृष्टि से आगे बढ़े और सबकी निगाहें देश के प्रधानमंत्री नरेंद्र मोदी पर है। और राज्यसभा एक ऐसा है जिसमें कोई भी कानून पास करना है तो राज्यसभा में पास नहीं होगा तो नीचे लोग हमारा जो सदन है उसमें पास नहीं होगा। इसलिए जो कार्तिक शर्मा भी जीतते हैं, मैं उन सभी विधायकों का धन्यवाद करता हूं जिन्होंने अपनी अंतरात्मा से उनको वोट देकर जिताया। और मैं पार्टी के 40 जो मेरे बीजेपी के विधायक हैं और मुख्यमंत्री का और धनखड़ साहब का बहुत बहुत धन्यवाद करता हूँ। हरियाणा प्रांत से 2 राज्यसभा की सीटें रिक्त हुई थी और जिनका चुनाव अभी अब तो ये कल कहेंगे कि कल 10 तारीख को हुआ था, आज 11 तारीख हो गई है। और इस चुनाव में सभी 90 की 90 संख्या का गणित तो आपको मालूम ही है। इसमें भारतीय जनता पार्टी के 40 विधायक हैं, 31 विधायक कांग्रेस पार्टी के हैं, 10 विधायक जेजेपी के हैं और इसके अतिरिक्त इंडिपेंडेंट्स हैं, 2 पार्टियों के एक एमएलए हैं। तो उसमें 2 राज्यसभा के सदस्य चुने जाने हैं, 3 ने नामांकन किया था। तो उसके लिए मैं ऐसे सब विधायकों का जिन्होंने भारतीय जनता पार्टी के कैंडिडेट श्री कृष्ण पंवार जी और हमारे इंडिपेंडेंट कैंडिडेट श्री कार्तिकेय शर्मा जी, इन दोनों को चुना है और सफलता दिलाई है, ऐसे सभी विधायकों को मैं हृदय से